तो जबरन थोपे हुए कानून माफी समेत वापस ले लिए गए। पंजाब की धरती पर सैकड़ों की तादाद के अंदर जब टेलीकॉम के टावर तोड़ दिए जाएं, क्या वो किसान की मांग से सुसंगत है क्या? कुछ किसानों को समझा नहीं पाए। संसद में चर्चा हुई, मंथन हुआ और ये कानून लाए गए। जब आंदोलन जीवी पवित्र आंदोलन को अपने लाभ के लिए बर्बाद करने के लिए निकलते हैं तब क्या होता है? कोई मुझे बताए। हम तीनों कृषि कानूनों को रिपील करने की संवैधानिक प्रक्रिया को पूरा कर देंगे। ਕਿਸਾਨਾਂ ਨੂੰ ਅੰਦੋਲਨਜੀਵੀ ਕਹਿਣ ਵਾਲੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਇਹ ਕਿਹਾ ਗਿਆ ਕਿ ਮੈਂ ਮਾਫੀ ਮੰਗਦਾ ਹਾਂ ਅਤੇ ਇਹ ਕਾਨੂੰਨ ਰੱਦ ਕਰ ਦਿੱਤੇ ਜਾਣਗੇ ਇਸੇ ਸੈਸ਼ਨ ਦੇ ਵਿੱਚ ਆਉਣ ਵਾਲੇ ਕੁਝ ਹੀ ਦਿਨਾਂ ਦੇ ਵਿੱਚ। ਪਰ ਇਹ ਸਾਰੀਆਂ ਗੱਲਾਂ ਕਹਿਣ ਤੋਂ ਬਾਅਦ ਕਿਸਾਨਾਂ ਦੇ ਦਿਲਾਂ ਦੇ ਵਿੱਚ ਸ਼ੱਕ ਹੋਰ ਜ਼ਿਆਦਾ ਵੱਧ ਗਿਆ ਕਿ ਆਖਿਰਕਾਰ ਕੀ ਕਾਰਨ ਸੀ। ਕੀ ਸਿਆਸੀ ਜ਼ਮੀਨ ਕਮਜ਼ੋਰ ਹੋ ਰਹੀ ਸੀ ਜਾਂ ਫਿਰ ਰਾਜਨੀਤਿਕ ਜ਼ਮੀਨ ਖਿਸਕ ਰਹੀ ਸੀ। ਜਿਸ ਤਰ੍ਹਾਂ ਦੇ ਨਾਲ ਗੁਰਨਾਮ ਸਿੰਘ ਝੜੂਨੀ ਦੇ ਵੱਲੋਂ ਵੀ ਕਿਹਾ ਗਿਆ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਇਸ ਗੱਲ ਨੂੰ ਲੈ ਕੇ ਯਕੀਨ ਨਹੀਂ ਕੀਤਾ ਜਾ ਸਕਦਾ। ਕਈ ਤਰ੍ਹਾਂ ਦੇ ਉਹ ਝੂਠ ਬੋਲਦੇ ਆਏ ਨੇ, ਕਈ ਗੱਲਾਂ ਨੂੰ ਉਹ ਜੁਮਲੇ ਕਰਾਰ ਦੇ ਦਿੰਦੇ ਨੇ ਅਤੇ ਇਸ ਤੋਂ ਬਾਅਦ ਹੁਣ ਕਿਸਾਨ ਹਾਲੇ ਵੀ ਦਿੱਲੀ ਦੇ ਬਾਰਡਰ ਖਾਲੀ ਨਹੀਂ ਕਰਨਗੇ। ਟਰੈਕਟਰਾਂ ਦੇ ਰਾਹੀਂ ਉਹ ਮਾਰਚ ਵੀ ਕਰਨਗੇ 29 ਤਰੀਕ ਨੂੰ। ਅੱਜ ਦੇ ਇਸ ਵੀਡੀਓ ਦੇ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਦੇ ਵੱਲੋਂ ਬੀਤੇ ਦਿਨ ਜੋ ਕੁਝ ਕਿਹਾ ਗਿਆ ਸੀ ਉਸ ਦੇ ਬਾਰੇ ਕੁਝ ਅਜਿਹੀਆਂ ਗੱਲਾਂ ਨੇ ਜਿਹੜੀਆਂ ਕਿ ਤੁਸੀਂ ਦੇਖ ਕੇ ਆਪ ਨਿਰਣੇ ਕਰਨਾ ਕਿ ਉਹ ਸੱਚ ਨੇ ਜਾਂ ਫਿਰ ਝੂਠ। ਸਭ ਤੋਂ ਪਹਿਲਾਂ ਉਹ ਗੱਲ ਦੇਖਣ ਨੂੰ ਮਿਲੀ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਇਹ ਤਿੰਨੋਂ ਖੇਤੀ ਕਾਨੂੰਨ ਚਰਚਾ ਅਤੇ ਮੰਥਨ ਤੋਂ ਬਾਅਦ ਲਿਆਂਦੇ ਗਏ। ਇਸ ਬਾਰੇ ਤੁਸੀਂ ਦੱਸਿਓ ਕਿ ਇਹ ਕਿੰਨੀ ਕੁ ਸੱਚ ਨਿਕਲੀ ਗੱਲ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਅਤੇ ਕਿੰਨੀ ਕਿਸ ਗੱਲ ਦੇ ਵਿੱਚ ਝੂਠ ਸਾਬਿਤ ਹੋਇਆ। ਉਹਨਾਂ ਨੇ ਇਹ ਵੀ ਕਿਹਾ ਉਸ ਤੋਂ ਬਾਅਦ ਕਿ ਕੁਝ ਚੰਦ ਵਰਗ ਦੇ ਜਿਹੜੇ ਕਿਸਾਨ ਸੀਗੇ, ਕੁਝ ਵਰਗ ਦੇ ਕਿਸਾਨ ਇਸ ਅੰਦੋਲਨ ਨੂੰ ਚਲਾ ਰਹੇ ਸਨ, ਸਿਰਫ ਉਹੀ ਇਹਨਾਂ ਦਾ ਵਿਰੋਧ ਕਰ ਰਹੇ ਸਨ। ਇਸ ਗੱਲ ਦੇ ਵਿੱਚ ਕੀ ਸੱਚਾਈ ਹੈ ਤੁਸੀਂ ਦੇਖੋ। ਇਸ ਤੋਂ ਇਲਾਵਾ ਇੱਕ ਹੋਰ ਵੱਡੀ ਗੱਲ ਜਿਹੜੀ ਸਾਹਮਣੇ ਆਈ ਸੀ ਉਹਨਾਂ ਦੇ ਵੱਲੋਂ ਆਖਰ ਦੇ ਵਿੱਚ, ਹਾਲਾਂਕਿ ਜਬਰਨ ਥੋਪੇ ਹੋਏ ਕਾਨੂੰਨਾਂ ਨੂੰ ਉਹਨਾਂ ਨੇ ਮਾਫੀ ਸਮੇਤ ਵਾਪਸ ਜ਼ਰੂਰ ਲੈ ਲਿਆ, ਪਰ ਉਸ ਤੋਂ ਬਾਅਦ ਉਹਨਾਂ ਨੇ ਇਹ ਵੀ ਕਿਹਾ ਕਿ ਦੋਸ਼ ਕਿਸੇ ਨੂੰ ਨਾ ਦਿੱਤਾ ਜਾਵੇ। ਪਰ ਆਖਿਰਕਾਰ ਫਿਰ ਦੋਸ਼ ਹੈ ਕਿਸ ਦਾ ਸੀ। ਕਿਸ ਤਰ੍ਹਾਂ ਦੇ ਨਾਲ ਉਹ ਸਾਰੀਆਂ ਗੱਲਾਂ ਕਹਿਣ ਤੋਂ ਬਾਅਦ ਪੱਲਾ ਵੀ ਝਾੜ ਕੇ ਚਲੇ ਗਏ ਤੇ ਐਮਐਸਪੀ ਨੂੰ ਲੈ ਕੇ ਇੱਕ ਕਮੇਟੀ ਬਣਾਉਣ ਦਾ ਗਠਨ ਕਰਨ ਦਾ ਵੀ ਐਲਾਨ ਕੀਤਾ ਗਿਆ ਜਿਸ ਦੇ ਵਿੱਚ ਕੇਂਦਰ ਅਤੇ ਰਾਜ ਸਰਕਾਰਾਂ ਦੇ ਪ੍ਰਤੀਨਿਧੀ ਤੋਂ ਇਲਾਵਾ ਕਿਸਾਨ ਅਤੇ ਆਰਥਿਕ ਮਾਹਿਰ ਵੀ ਸ਼ਾਮਿਲ ਹੋਣਗੇ ਜਿਨ੍ਹਾਂ ਨੂੰ ਤੁਸੀਂ ਆਪ ਦੇਖ ਕੇ ਆਪ ਸੁਣ ਕੇ ਸੋਚ ਸਕਦੇ ਹੋ ਕਿ ਇਸ ਦੇ ਵਿੱਚ ਕਿੰਨਾ ਕੁ ਝੂਠ ਹੈ ਤੇ ਕਿੰਨਾ ਕੁ ਸੱਚ ਹੈ। ਸਭ ਤੋਂ ਪਹਿਲੀ ਗੱਲ ਜਿਹੜੀ ਕਿ ਇਸ ਵੀਡੀਓ ਦੇ ਵਿੱਚ ਕਹੀ ਗਈ ਸੀ ਦੇਸ਼ ਦੇ ਪ੍ਰਧਾਨ ਮੰਤਰੀ ਦੇ ਵੱਲੋਂ ਕਿ ਇੱਕ ਮੰਥਨ ਕੀਤਾ ਗਿਆ ਸੀ, ਬਕਾਇਦਾ ਚਰਚਾ ਹੋਈ ਸੀ ਅਤੇ ਉਸ ਤੋਂ ਬਾਅਦ ਇਹ ਤਿੰਨੋਂ ਖੇਤੀ ਕਾਨੂੰਨ ਲਿਆਂਦੇ ਗਏ ਸਨ। ਪਰ ਕੀ ਇੱਕ ਵੀਡੀਓ ਜਿਹੜੀ ਕਿ ਅਸੀਂ ਤੁਹਾਨੂੰ ਹੁਣ ਦਿਖਾਉਣ ਜਾ ਰਹੇ ਹਾਂ, ਤੁਸੀਂ ਹਾਲਾਂਕਿ ਪਹਿਲਾਂ ਹੀ ਦੇਖ ਚੁੱਕੇ ਹੋ, ਪਰ ਕੀ ਇਸ ਦੇ ਬਾਵਜੂਦ ਵੀ ਦੇਸ਼ ਦੇ ਪ੍ਰਧਾਨ ਮੰਤਰੀ ਇਹ ਕਹਿ ਸਕਦੇ ਨੇ ਕਿ ਇਹ ਤਿੰਨੋਂ ਖੇਤੀ ਕਾਨੂੰਨ ਕਿਸੇ ਚਰਚਾ ਅਤੇ ਮੰਥਨ ਤੋਂ ਬਾਅਦ ਲਿਆਂਦੇ ਗਏ ਨੇ? पहले भी कई सरकारों ने इस पर मंथन भी किया था। इस बार भी देश के कोने कोने में कोटि कोटि किसानों ने, अनेक किसान संगठनों ने इसका स्वागत किया, समर्थन किया। मैं आज उन सभी का बहुत बहुत आभारी हूं, धन्यवाद करना चाहता हूं। देश के प्रधानमंत्री का कहना सी कि इन्हां कानूनां दा स्वागत अते समर्थन किया गया सी, पर असीं अजिहा कोई स्वागत अते समर्थन नहीं देखा। जो असीं देखा वो तुहाडी स्क्रीन ते है।
ਵੇਖਣ ਵਾਲੀ ਹੈ ਕਿ ਇਹ ਸੱਚ ਸੀ ਜਾਂ ਫਿਰ ਝੂਠ। ਦੇਸ਼ ਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਇੱਕ ਵਰਗ, ਕੁਝ ਵਰਗਾਂ ਦੇ ਵੱਲੋਂ ਹੀ ਇਹਨਾਂ ਖੇਤੀ ਕਾਨੂੰਨਾਂ ਦਾ ਵਿਰੋਧ ਕੀਤਾ ਜਾ ਰਿਹਾ ਸੀ। भले ही किसानों का एक वर्ग ही विरोध कर रहा था, ਇਹ ਤਿੰਨੋਂ ਖੇਤੀ ਕਾਨੂੰਨ ਰੱਦ ਕਰ ਦਿੱਤੇ ਗਏ, ਜਿਨ੍ਹਾਂ ਦੇ ਹੱਕ ਦੇ ਵਿੱਚ ਫੈਸਲੇ ਸੁਣਾਉਂਦੇ ਹੋਏ ਸਰਕਾਰਾਂ ਨਹੀਂ ਥੱਕ ਰਹੀਆਂ ਸਨ। ਭਾਵੇਂ ਉਹ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਹੋਣ ਜਾਂ ਫਿਰ ਗ੍ਰਹਿ ਮੰਤਰੀ ਹੋਣ ਜਾਂ ਫਿਰ ਦੇਸ਼ ਦੇ ਪ੍ਰਧਾਨ ਮੰਤਰੀ ਹੀ ਕਿਉਂ ਨਾ ਹੋਣ। ਮਨ ਕੀ ਬਾਤ ਦੇ ਰਾਹੀਂ ਉਹ ਜਦੋਂ ਵੀ ਗਾਹੇ ਬਗਾਹੇ ਉਹਨਾਂ ਨੂੰ ਸਮਾਂ ਮਿਲਦਾ ਤਾਂ ਇਹਨਾਂ ਦੇ ਲਾਹੇਵੰਦੀ ਨੂੰ ਲੈ ਕੇ ਉਹ ਕਈ ਤਰ੍ਹਾਂ ਦੀਆਂ ਗੱਲਾਂ ਆਖ ਜਾਂਦੇ ਸਨ ਅਤੇ ਬੀਜੇਪੀ ਦੇ ਕਈ ਮੰਤਰੀ ਸੰਤਰੀ, ਭਾਵੇਂ ਕਿ ਉਹ ਪੰਜਾਬ ਦੇ ਵਿੱਚ ਹੋਣ ਜਾਂ ਫਿਰ ਬਾਹਰ, ਇਹੀ ਕਹਿੰਦੇ ਸੀ ਕਿ ਤਿੰਨੋਂ ਖੇਤੀ ਕਾਨੂੰਨ ਬਹੁਤ ਜ਼ਿਆਦਾ ਲਾਭਦਾਇਕ ਨੇ। ਜੇਕਰ ਇਹ ਨਾ ਆਏ ਤਾਂ ਪਤਾ ਨਹੀਂ ਕਿਹੜਾ ਪਹਾੜ ਟੁੱਟ ਜਾਣਾ ਹੈ। ਜਦੋਂ ਕਿ ਕਿਸਾਨ ਚਾਹੁੰਦੇ ਸਨ ਕਿ ਉਹਨਾਂ ਨੂੰ ਇਹ ਜਬਰਨ ਦਿੱਤੇ ਹੋਏ ਕਾਨੂੰਨ ਨਹੀਂ ਚਾਹੀਦੇ। ਤਾਂ ਹੁਣ ਉਹਨਾਂ ਸਾਰੀਆਂ ਗੱਲਾਂ ਦਾ ਕੀ, ਜਦੋਂ ਇਹਨਾਂ ਦੀ ਤਾਰੀਫ ਕੀਤੀ ਗਈ ਸੀ, ਹੁਣ ਉਹ ਸਾਰੇ ਫਾਇਦਿਆਂ ਦਾ ਕੀ ਬਣੇਗਾ ਉਹਨਾਂ ਸਾਰੀਆਂ ਗੱਲਾਂ ਦਾ ਜਿਨ੍ਹਾਂ ਦਾ ਵੱਧ ਚੜ੍ਹ ਕੇ ਪ੍ਰਚਾਰ ਕੀਤਾ ਗਿਆ ਸੀ। ਬਕਾਇਦਾ ਫੋਟੋਆਂ ਖਿਚਵਾਈਆਂ ਗਈਆਂ ਸਨ ਖੁਸ਼ਹਾਲ ਕਿਸਾਨਾਂ ਦੀਆਂ ਫੋਟੋਆਂ। ਤਾਂ ਹੁਣ ਉਹ ਖੁਸ਼ਹਾਲ ਕਿਸਾਨ ਨਾਰਾਜ਼ ਨਹੀਂ ਹੋਣਗੇ ਸਰਕਾਰ ਤੋਂ, ਜਾਂ ਫਿਰ ਸਰਕਾਰ ਦੱਸੇਗੀ ਕਿ ਉਹ ਖੁਸ਼ਹਾਲ ਕਿਸਾਨ ਕੌਣ ਸੀ। ਤੁਹਾਨੂੰ ਯਾਦ ਹੋਣਾ ਹੈ ਕਿ ਇੱਕ ਪੰਜਾਬੀ ਮਾਡਲ ਦੀ ਫੋਟੋ ਦਿਖਾ ਕੇ ਕਿਹਾ ਗਿਆ ਸੀ ਕਿ ਇਹ ਕਿਸਾਨ ਖੁਸ਼ਹਾਲ ਹੈ ਤੇ ਇਹ ਖੇਤੀ ਕਾਨੂੰਨ ਚਾਹੁੰਦਾ ਹੈ। ਬਾਅਦ ਦੇ ਵਿੱਚ ਇਸ ਪੰਜਾਬੀ ਮਾਡਲ ਦੇ ਵੱਲੋਂ ਦੱਸਿਆ ਗਿਆ ਕਿ ਮੈਂ ਤਾਂ ਕਦੇ ਅਜਿਹੀ ਫੋਟੋ ਖਿਚਵਾਈ ਹੀ ਨਹੀਂ, ਪਰ ਬੈਨਰਸ ਦੇ ਵਿੱਚ ਖੁਸ਼ਹਾਲ ਕਿਸਾਨ ਦੇ ਨਾਮ ਤੋਂ ਉਸ ਦੀ ਫੋਟੋ ਦੀ ਵਰਤੋਂ ਕੀਤੀ ਜਾ ਰਹੀ। ਦੀਵੇ ਜਿਹੇ ਪ੍ਰਕਾਸ਼ ਵਰਗਾ ਸੱਚ, ਜਾਂ ਫਿਰ ਤਪੱਸਿਆ 'ਚ ਕਮੀ ਸੀ। ਤਿੰਨੋਂ ਖੇਤੀ ਕਾਨੂੰਨ ਰੱਦ ਕਰਨ ਸਮੇਂ ਦੇਸ਼ ਦੇ ਪ੍ਰਧਾਨ ਮੰਤਰੀ ਦੇ ਵੱਲੋਂ ਅਜਿਹੀ ਉੱਚੇ ਸੁੱਚੇ ਸ਼ਬਦਾਂ ਦੀ ਵਰਤੋਂ ਕੀਤੀ ਗਈ। ਮਾਫੀ ਮੰਗਦੇ ਹੋਏ ਵੀ ਹੋਰ ਕਿੰਨਾ ਕੁਝ ਕਿਹਾ ਗਿਆ। ਛੋਟੇ ਕਿਸਾਨ ਬਾਰ-ਬਾਰ ਇਹ ਸ਼ਬਦ ਸੁਣਨ ਨੂੰ ਮਿਲਿਆ। ਇਸ ਦੇ ਨਾਲ ਉਹ MSP ਦੀ ਗੱਲ ਵੀ ਕਰ ਗਏ। ਜੇਕਰ ਤੁਸੀਂ ਉਸ ਵੀਡੀਓ ਨੂੰ ਧਿਆਨ ਨਾਲ ਸੁਣਿਆ ਹੋਵੇ ਤਾਂ ਉਸ ਦੇ ਵਿੱਚ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਕਿਸਾਨਾਂ ਨੂੰ ਉਹਨਾਂ ਦੀ ਉਪਜ ਦੀ ਸਹੀ ਕੀਮਤ ਮਿਲਣੀ ਚਾਹੀਦੀ ਹੈ। ਉਪਜ ਦੀ ਸਹੀ ਕੀਮਤ ਤੋਂ ਇਲਾਵਾ ਉਹਨਾਂ ਨੇ ਜਾਂਦੇ ਇਹ ਵੀ ਦੱਸਿਆ ਕਿ ਹੁਣ ਕਿਸਾਨਾਂ ਦੇ ਮਸਲੇ ਅਤੇ ਅਜਿਹੇ ਬਾਕੀ ਸਾਰੇ ਮਸਲਿਆਂ ਸਮੇਤ MSP ਨੂੰ ਲੈ ਕੇ ਇੱਕ ਬੈਠਕ ਕੀਤੀ ਜਾਵੇਗੀ। ਇਸ ਬੈਠਕ ਦੇ ਵਿੱਚ ਕੇਂਦਰ ਸਰਕਾਰ, ਰਾਜ ਸਰਕਾਰਾਂ ਦੇ ਨੁਮਾਇੰਦੇ ਹੋਣਗੇ, ਕਿਸਾਨ ਹੋਣਗੇ, ਪ੍ਰਤੀਨਿਧੀ ਹੋਣਗੇ, ਖੇਤੀ ਮਾਹਿਰ ਹੋਣਗੇ, ਵਿਗਿਆਨੀ ਹੋਣਗੇ ਅਤੇ ਅਰਥਸ਼ਾਸਤਰੀ ਹੋਣਗੇ। ਉਹਨਾਂ ਦਾ ਕਹਿਣਾ ਸੀ ਕਿ ਭਵਿੱਖ ਦੇ ਵਿੱਚ ਇਸ ਦੇ ਲਈ MSP ਨੂੰ ਲੈ ਕੇ ਇੱਕ ਕਮੇਟੀ ਦਾ ਗਠਨ ਕੀਤਾ ਜਾਵੇਗਾ। ਬੀਤੇ ਦਿਨ ਕਮੇਟੀ ਦੇ ਗਠਨ ਦਾ ਐਲਾਨ ਵੀ ਕਰ ਦਿੱਤਾ ਗਿਆ ਦੇਸ਼ ਦੇ ਪ੍ਰਧਾਨ ਮੰਤਰੀ ਦੇ ਵੱਲੋਂ ਤੇ ਕਿਹਾ ਗਿਆ ਇਸ ਦੇ ਵਿੱਚ ਕਿਸਾਨ ਵੀ ਸ਼ਾਮਿਲ ਹੋਣਗੇ। MSP को और अधिक प्रभावी और पारदर्शी बनाने के लिए ऐसे सभी विषयों पर भविष्य को ध्यान में रखते हुए निर्णय लेने के लिए एक कमेटी का गठन किया जाएगा। ਹੁਣ ਤੱਕ ਉਹ ਦੇਸ਼ ਦੇ ਪ੍ਰਧਾਨ ਮੰਤਰੀ ਜਿਨ੍ਹਾਂ ਨੇ ਕਦੇ ਕਿਸਾਨਾਂ ਦੇ ਨਾਲ ਜਾਂ ਫਿਰ ਕਿਸਾਨਾਂ ਦੇ ਬਾਰੇ, ਸ਼ਹੀਦ ਹੋਏ ਕਿਸਾਨ, ਕਿਸਾਨਾਂ ਦੇ ਨਾਲ ਹੋ ਰਹੀਆਂ ਵਧੀਕੀਆਂ, ਕੰਡੇ ਬੀਜਣ ਵਾਲੇ, ਤਾਰਾਂ ਲਗਾਉਣ ਵਾਲੇ, ਉਹਨਾਂ ਸਾਰੀਆਂ ਗੱਲਾਂ 'ਚੋਂ ਕਿਸੇ ਵੀ ਗੱਲ ਦਾ ਜ਼ਿਕਰ ਤੱਕ ਨਹੀਂ ਕੀਤਾ। ਮਹਿਜ਼ ਕੁਝ ਕਿਲੋਮੀਟਰ ਦੂਰੀ ਤੇ ਤਾਂ ਉਹ ਪਹੁੰਚ ਜਾਂਦੇ ਸੀ, ਪਰ ਉਹ ਕਿਸਾਨਾਂ ਦੇ ਕੋਲ ਹੁਣ ਤੱਕ ਕਦੇ ਵੀ ਨਹੀਂ ਆਏ ਸੀ। ਇਤਿਹਾਸਿਕ ਅੰਦੋਲਨ ਇਹ ਕਿਸਾਨਾਂ ਦਾ ਤੇ ਕਿਸਾਨੀ ਸੰਘਰਸ਼ ਦੀ ਜਿੱਤ ਹੋਈ ਹੈ। ਇਸ ਦੇ ਨਾਲ ਇਹ ਸਾਬਿਤ ਹੁੰਦਾ ਹੈ ਕਿ ਕੋਈ ਵੀ ਸਰਕਾਰ ਆਪਣੀ ਮਨਮਰਜ਼ੀ ਨਹੀਂ ਕਰ ਸਕਦੀ, ਕਿਸੇ ਤੇ ਵੀ ਫੈਸਲਾ ਥੋਪਿਆ ਨਹੀਂ ਜਾ ਸਕਦਾ। ਪਰ ਹਲੇ ਵੀ ਇਹ ਕਿਸਾਨ ਅੰਦੋਲਨ ਇਸੇ ਤਰ੍ਹਾਂ ਹੀ ਚੱਲੇਗਾ, ਕਿਉਂਕਿ ਜਦੋਂ 10 ਤੋਂ 11 ਗੇੜ ਦੀ ਮੀਟਿੰਗ ਹੁੰਦੀ ਹੈ ਕੇਂਦਰ ਸਰਕਾਰ ਦੇ ਨਾਲ ਪੰਜਾਬ ਦੇ ਕਿਸਾਨ ਆਗੂਆਂ ਦੀ ਅਤੇ ਦੇਸ਼ ਭਰ ਦੇ ਕਿਸਾਨ ਆਗੂਆਂ ਦੀ, ਤਾਂ ਉਸ ਸਮੇਂ ਕਿਹਾ ਗਿਆ ਸੀ ਕਿ ਸਾਨੂੰ ਤਿੰਨੋਂ ਖੇਤੀ ਕਾਨੂੰਨ ਰੱਦ ਚਾਹੀਦੇ ਨੇ। ਬਿਜਲੀ ਸਮਝੌਤਿਆਂ ਨੂੰ ਲੈ ਕੇ ਗੱਲਬਾਤ ਕਰਨੀ ਹੈ ਉਹਨਾਂ ਨੇ ਅਤੇ ਇਸ ਤੋਂ ਇਲਾਵਾ MSP ਨੂੰ ਲੈ ਕੇ ਵੀ ਉਹ ਕਾਨੂੰਨ ਚਾਹੁੰਦੇ ਨੇ। ਸਿਰਫ ਹਲੇ ਖੇਤੀ ਕਾਨੂੰਨ ਹੀ ਰੱਦ ਹੋਏ ਨੇ, ਬਾਕੀ ਦੀਆਂ ਮੰਗਾਂ ਹਲੇ ਮੰਨਣੀਆਂ ਬਾਕੀ ਨੇ।